प्रधान मंत्री ਜਿਹੜੇ देश ਦੇ ਆ ਉਹ ਰੈਲੀ ਕਰਨ ਆ ਰਹੇ ਪੰਜਾਬ ਦੇ ਵਿੱਚ ਪਰ ਪਤਾ ਤਾਂ ਲੱਗੇ ਵੀ ਉਹ ਕਰਕੇ ਕੀ ਆ ਰਹੇ ਆ। देखो विरोध असीं जिहड़ा शांतमई तरीके नाल करांगे और जबरदस्त करांगे। 5 जनवरी ਨੂੰ ਆ ਰਹੇ ਇੱਥੇ ਫਿਰੋਜ਼ਪੁਰ ਦੇ ਵਿੱਚ ਸਾਡਾ ਜਥੇਬੰਦੀ ਦਾ ਇਹ ਵਿਰੋਧ ਆ ਵੀ ਉਹਨਾਂ ਨੂੰ ਇੱਥੇ ਪੰਜਾਬ 'ਚ ਰੈਲੀ ਕਰਨ ਦਾ ਕੋਈ ਹੱਕ ਨਹੀਂ ਹੈ। ਅੱਜ ਤੱਕ ਇੱਕ ਵੀ ਸ਼ਬਦ ਪ੍ਰਧਾਨ ਮੰਤਰੀ ਨੇ ਉਹਨਾਂ ਬਾਰੇ ਨਹੀਂ ਕੋਈ ਬੋਲਿਆ, ਕੋਈ ਅਫਸੋਸ ਨਹੀਂ ਕੀਤਾ ਜਾਂ ਉਹਨਾਂ ਨਾਲ ਕੋਈ ਗਮ ਪ੍ਰਗਟ ਨਹੀਂ ਕੀਤਾ। ਉਹਨਾਂ ਸ਼ਹੀਦਾਂ ਦੇ ਕਾਤਲ ਜਿਹੜੀ ਆ ਉਹ ਕੇਂਦਰ ਸਰਕਾਰ ਆ, ਮੋਦੀ ਸਰਕਾਰ ਆ। फिर साडे जिहड़े 734 शहीद आ उन्हां नूं मुआवजा जिहड़ा कोई नहीं दिता, उन्हां नूं अजे तक केंद्र सरकार शहीद ही नहीं मान रही। ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਬਣ ਕੇ ਬੈਠੇ ਹੋਏ ਆ ਉਹਨਾਂ ਨੂੰ ਅੱਜ ਤੱਕ ਬਰਖਾਸਤ ਨਹੀਂ ਕੀਤਾ ਕਿ ਉਹਨਾਂ ਤੇ 120 ਦਾ 20 ਦਾ ਪਰਚਾ ਵਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵੱਡੇ ਪੱਧਰ ਤੇ ਕੀਤਾ ਜਾਵੇਗਾ ਵਿਰੋਧ। ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ ਫਿਰੋਜ਼ਪੁਰ ਵਿੱਚ ਰੈਲੀ। ਫਿਰੋਜ਼ਪੁਰ ਵਿੱਚ 5 ਤਰੀਕ ਨੂੰ ਹੋਣ ਜਾ ਰਹੀ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਬੀਜੇਪੀ ਵੱਲੋਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਔਰ ਰੈਲੀ ਤੋਂ ਪਹਿਲਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਲਾਨ ਕਰ ਦਿੱਤਾ ਹੈ ਕਿ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਕਿਸੇ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਵੱਡੇ ਪੱਧਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾਵੇਗਾ। ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਤੇ ਪਰਚੇ ਦਰਜ ਕਰ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ ਅਤੇ ਸਰਕਾਰ ਨੇ ਉਹਨਾਂ ਤੇ ਪਰਚੇ ਰੱਦ ਕਰਨ ਅਤੇ ਹੋਰ ਵੀ ਮੰਗਾਂ ਮੰਨੀਆਂ ਸਨ। ਉਹਨਾਂ ਨੂੰ ਪੂਰਾ ਕਰਨ ਦੀ ਗੱਲ ਆਖੀ ਸੀ ਪਰ ਸਰਕਾਰ ਨੇ ਉਹਨਾਂ ਮੰਗਾਂ ਵੱਲ ਹਾਲੇ ਤੱਕ ਕੋਈ ਧਿਆਨ ਨਹੀਂ ਦਿੱਤਾ। ਇਸ ਲਈ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਰੈਲੀ ਕਰਨ ਦਾ ਕੋਈ ਹੱਕ ਨਹੀਂ। ਅਗਰ ਰੈਲੀ ਹੁੰਦੀ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਕੀ ਨਾਮ ਜੀ? ਮੈਂ ਜਸਵੀਰ ਸਿੰਘ ਪਿੱਦੀ, ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਪ੍ਰਧਾਨ ਜੀ, देश के प्रधानमंत्री नरेंद्र मोदी रैली कर जा रहे हैं फिरोजपुर में, ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰੈਲੀ ਜਿਹੜੀ ਹੈ ਉਹ ਕਿਸੇ ਵੀ ਕੀਮਤ ਤੇ ਹੋਣ ਨਹੀਂ ਦਿੱਤੀ ਜਾਵੇਗੀ। ਕੀ ਆ ਪੂਰਾ ਮਾਮਲਾ, ਕਿਉਂ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈ? ਵੇਖੋ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਆ ਉਹ ਰੈਲੀ ਕਰਨ ਆ ਰਹੇ ਪੰਜਾਬ ਦੇ ਵਿੱਚ ਪਰ ਪਤਾ ਤਾਂ ਲੱਗੇ ਵੀ ਉਹ ਕਰਕੇ ਕੀ ਆ ਰਹੇ ਆ। ਜੋ ਸਾਡੇ ਕਾਨੂੰਨ ਸੀ ਉਹਨਾਂ ਨੇ ਰੱਦ ਕੀਤੇ, ਉਹ ਤਾਂ ਅਸੀਂ ਜੋ ਜੂਨ 2020 ਤੋਂ ਜਿੱਥੇ ਚੱਲੇ ਸੀ ਉੱਥੇ ਜਾ ਕੇ ਖਲੋ ਗਏ ਆ। ਕੋਈ ਸਾਨੂੰ ਫਾਇਦੇ ਵਾਲੀ ਗੱਲ ਨਹੀਂ ਕਿ ਕੋਈ ਐਕਸਟਰਾ ਕੁਝ ਨਹੀਂ ਕੀਤਾ, ਪਰ ਸਾਡੀ ਉਹ ਜਿੱਤ ਹੈਗੀ ਆ ਕਿ ਜਿਹੜੇ ਅਸੀਂ ਕਾਨੂੰਨ ਰੱਦ ਕਰਾਏ ਆ ਇਹ ਸਰਕਾਰ ਦੇ ਨਾਲ ਅੰਦੋਲਨ ਲੜ ਕੇ 1.5 ਸਾਲ ਦੇ ਵਿੱਚ, ਉਹਦੇ ਵਿੱਚ ਹੈ ਕਿ ਸਾਡੇ 700 ਤੋਂ ਵੱਧ ਜਿਹੜੇ ਸ਼ਹੀਦ ਹੋਏ ਆ। ਅੱਜ ਤੱਕ ਇੱਕ ਵੀ ਸ਼ਬਦ ਪ੍ਰਧਾਨ ਮੰਤਰੀ ਨੇ ਉਹਨਾਂ ਬਾਰੇ ਨਹੀਂ ਕੋਈ ਬੋਲਿਆ, ਕੋਈ ਅਫਸੋਸ ਨਹੀਂ ਕੀਤਾ ਜਾਂ ਉਹਨਾਂ ਨਾਲ ਕੋਈ ਗਮ ਪ੍ਰਗਟ ਨਹੀਂ ਕੀਤਾ। ਉਹਨਾਂ ਸ਼ਹੀਦਾਂ ਦੇ ਕਾਤਲ ਜਿਹੜੀ ਆ ਉਹ ਕੇਂਦਰ ਸਰਕਾਰ ਆ, ਮੋਦੀ ਸਰਕਾਰ ਆ। ਸਾਡਾ ਇਹੋ ਹੀ ਆ ਕਿ ਜੇ ਪੰਜਾਬ ਦੇ ਵਿੱਚ ਆਉਣਾ ਵਾ ਤੇ ਜਿਸ ਤਰ੍ਹਾਂ ਪਹਿਲਾਂ ਖੇਤੀ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਹੋਇਆ ਸੀਗਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ, ਉਸੇ ਤਰ੍ਹਾਂ ਜਿਹੜੀ ਮਨ ਕੀ ਬਾਤ ਜਿਹੜੀ ਉਹ ਕਰਦੇ ਆ ਉਹਦੇ ਵਿੱਚ ਆਪਣਾ ਜਿਹੜਾ ਵਾ ਸਾਰੀਆਂ ਜਿਹੜੀਆਂ ਸਾਡੀਆਂ ਮੰਗਾਂ ਵਾ, ਜਿਸ ਤਰ੍ਹਾਂ MSP ਦਾ ਕਾਨੂੰਨ ਬਣਾਉਣਾ ਵਾ ਜਿਹੜਾ ਲਿਖਤੀ ਰੂਪ ਦੇ ਵਿੱਚ ਉਹਨਾਂ ਦਿੱਤਾ, ਉਹ ਆਪਣੀ ਕਮੇਟੀ ਬਣਾ ਕੇ ਉਹਦਾ ਕਾਨੂੰਨ ਬਣਾਉਣ ਦਾ ਐਲਾਨ ਕਰਨ। ਉਸੇ ਵਿੱਚ ਨਾਲ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦਾ ਗ੍ਰਹਿ ਰਾਜ ਮੰਤਰੀ ਉਹਦਾ ਬੇਟਾ ਵਾ, ਉਹਦੇ ਵਿੱਚ 120 ਦਾ ਪਰਚਾ ਹੋਇਆ ਉਹਨਾਂ ਦੇ ਉੱਤੇ, ਉਹਨਾਂ ਨੂੰ ਆਪਣੀ ਜਿਹੜੀ ਆ ਕੈਬਨਿਟ ਦੇ ਵਿੱਚੋਂ ਬਰਖਾਸਤ ਕਰਕੇ ਜੇਲੇ ਭੇਜਣ। ਤੇ ਉਸ ਦੇ ਨਾਲ ਸਾਡੇ ਕੇਸ ਆ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਲੋਕਾਂ ਦੇ ਕੇਸ ਹੋਏ ਸੀਗੇ ਬਹੁਤ ਜ਼ਿਆਦਾ, ਇਹਨਾਂ ਨੇ ਜੇਲ੍ਹਾਂ 'ਚ ਸੁੱਟਿਆ ਸੀਗਾ। ਉਹ ਲੋਕ ਵਿਚਾਰੇ ਅਜੇ ਕਿਸੇ ਦਾ ਟਰੈਕਟਰ ਥਾਣਿਆਂ ਦੇ ਵਿੱਚ ਖੜਾ, ਕਿਸੇ ਦੇ ਪਾਸਪੋਰਟ ਪਏ ਆ, ਬੜੀ ਲੋਕਾਂ ਦੀ ਖੱਜਲ ਖਰਾਬੀ ਆ। ਉਹ ਕੇਸ ਜਿਹੜੇ ਆ ਤੁਰੰਤ ਜਿਹੜੇ ਆ ਉਹਨਾਂ ਨੂੰ ਉਹ ਰੱਦ ਕਰਨ। ਨਾਲ ਜਿਹੜੇ 700 ਵੱਧ ਸਾਡੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਹੀਦ ਮੰਨ ਕੇ ਇਹ ਸਾਰਾ ਐਲਾਨ ਕਰਕੇ ਜਿਹੜਾ ਵਾ ਫੇਰ ਪੰਜਾਬ ਦੇ ਵਿੱਚ ਆਉਣ ਤੇ ਫਿਰ ਸਾਨੂੰ ਕੋਈ ਇਸ ਦੇ ਵਿੱਚ ਇਤਰਾਜ਼ ਨਹੀਂਗਾ। ਆ ਜਾਣ ਕਰ ਲੈਣ ਰੈਲੀ, ਪਰ ਜਿਹੜਾ ਇਹਨਾਂ ਨੇ ਕਰਨਾ ਕੁਛ ਨਹੀਂਗਾ। ਇੱਕ ਇਹਨਾਂ ਦੀਆਂ ਜਿਹੜੀਆਂ ਏਜੰਸੀਆਂ ਵਾ, ਮੀਡੀਆ ਕੋਈ ਪਤਾ ਨਹੀਂ ਕਿਹੜਾ ਵਾ ਇਹਨਾਂ ਦਾ ਨੈਸ਼ਨਲ ਮੀਡੀਆ, ਉਹ ਇੱਕ ਅਫਵਾਹ ਫੈਲਾ ਰਹੇ ਲੋਕਾਂ ਦੇ ਵਿੱਚ, ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਵੀ ਪ੍ਰਧਾਨ ਮੰਤਰੀ ਜੀ ਨਾਲ ਕੇ ਬਹੁਤ ਵੱਡੇ ਐਲਾਨ ਕਰਨੇ ਆ ਇੱਥੇ, ਸਮੁੱਚਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨਾ, ਜਾਂ ਇਹਨਾਂ ਨੇ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇਣਾ, ਹੋਰ ਇਹਨਾਂ ਨੇ ਜਿਹੜਾ ਬੜਾ ਕੁਛ ਇਹਨਾਂ ਨੇ ਐਲਾਨ ਕਰਨੇ ਆ ਆਪਣੇ ਇਹਦੇ ਵਾਸਤੇ, ਸਿੱਖ ਬੰਦੀ ਆ ਜਿਹੜੇ ਉਹਨਾਂ ਨੂੰ ਛੱਡਣਾ। ਇਹ ਲੋਕਾਂ ਦੇ ਵਿੱਚ ਇੱਕ ਭਰਮ ਤੇ ਲੋਕਾਂ ਨੂੰ ਠੰਡਿਆ ਕਰਨ ਵਾਸਤੇ ਜਿਹੜੇ ਐਲਾਨ ਕੀਤੇ ਜਾ ਰਹੇ ਆ। ਪਰ ਸਾਨੂੰ ਲੱਗਦਾ ਵਾ ਕਿ ਜਿਹੜਾ ਪ੍ਰਧਾਨ ਮੰਤਰੀ ਨੇ ਪਹਿਲਾਂ ਸਾਰਾ ਕੁਝ ਮੰਨਿਆ ਵਾ, ਮੰਨਿਆ ਕਰਕੇ ਅੰਦੋਲਨ ਨੂੰ ਸਮਾਪਤ ਕੀਤਾ, ਪਹਿਲਾਂ ਉਹ ਸਾਰਾ ਐਲਾਨ ਕਰਨ ਉੱਥੇ ਦਿੱਲੀ ਦੇ ਵਿੱਚ, ਫੇਰ ਪੰਜਾਬ ਦੇ ਵਿੱਚ ਵੜਨ। ਜੇ ਨਹੀਂ ਇਹ ਐਲਾਨ ਕਰਕੇ ਆਉਂਦੇ ਤੇ ਜਿਹੜਾ ਸਾਡੇ ਵੱਲੋਂ ਕੱਲ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਸੀਂ ਐਲਾਨ ਕਰਤਾ ਵਾ ਕਿ ਰੈਲੀ ਜਿਹੜੀ ਹੈ ਕਿਸੇ ਹਾਲਤ ਦੇ ਵਿੱਚ ਨਹੀਂ ਹੋਣ ਦੇਵਾਂਗੇ, ਉਹਦੇ ਉੱਤੇ ਸਾਡੀਆਂ ਸਰਗਰਮੀਆਂ ਜਿਹੜੀਆਂ ਪੂਰੇ ਜ਼ੋਰਾਂ ਦੇ ਨਾਲ ਤਿਆਰੀਆਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਅਸੀਂ ਆਪਣੀ ਰਣਨੀਤੀ ਜਿਹੜੀ ਲੀਕ ਲਈ ਆ ਤੇ 5 ਤਰੀਕ ਨੂੰ ਜਿਹੜਾ ਵਾ ਸਖਤ ਵਿਰੋਧ ਕੀਤਾ ਜਾਊਗਾ ਪ੍ਰਧਾਨ ਮੰਤਰੀ ਦਾ। ਇਹ ਰੈਲੀ ਜਿਹੜੀ ਉਹਨਾਂ ਦੀ ਰੱਦ ਕਰਾਉਣ ਦੇ ਵਿੱਚ
ਤਾਨ ਬਾਨ ਜਿੰਨਾ ਵੀ ਆਪਣਾ ਜ਼ੋਰ ਅਸੀਂ ਲਾਵਾਂਗੇ, ਲਾ ਕੇ ਦੇ ਰੈਲੀ ਜਿਹੜੀ ਕਿਸੇ ਹਾਲਤ ਦੇ ਵਿੱਚ ਨਹੀਂ ਹੋਣ ਦੇਵਾਂਗੇ। ਇਹ ਹੁਣ ਜਿਹੜੀ ਆ ਗੇਂਦ ਆ ਇਹ ਮੋਦੀ ਸਾਹਿਬ ਦੇ ਪਾੜੇ ਦੇ ਵਿੱਚ ਆ, ਉਹ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਉਣਗੇ ਜਾਂ ਇਹਨਾਂ ਦਾ ਵਿਰੋਧ ਕਰਾਉਣਾ ਵਾ ਕਿ ਜਾਂ ਸਾਡੇ ਲੋਕਾਂ ਦੀਆਂ ਜਿਹੜੇ ਹਮਦਰਦੀਆਂ ਲੋਕਾਂ ਵਾਸਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਆ ਤੇ ਇਹ ਐਲਾਨ ਕਰਕੇ ਫਿਰ ਪੰਜਾਬ ਦੇ ਵਿੱਚ ਆਉਣ, ਉਹ ਸਾਡਾ ਜਿਹੜਾ ਕੀਤਾ ਹੋਇਆ ਐਲਾਨ ਆ ਉਹ ਹਰ ਹਾਲਤ ਦੇ ਵਿੱਚ ਜਿਹੜਾ ਵਾ ਜਾਰੀ ਰਹੂਗਾ। ਕੀ ਨਾਮ ਜੀ ਤੁਹਾਡਾ? ਮੈਂ ਰਾਣਾ ਰਣਵੀਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਕੋਰ ਕਮੇਟੀ ਮੈਂਬਰ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਸਕੱਤਰ। ਜੀ 5 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਤੁਹਾਡੇ ਵੱਲੋਂ ਕੀਤਾ ਜਾਵੇਗਾ? ਦੇਖੋ, ਵਿਰੋਧ ਅਸੀਂ ਜਿਹੜਾ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਔਰ ਜ਼ਬਰਦਸਤ ਕਰਾਂਗੇ। ਜਿੰਨਾ ਵੀ ਹੋ ਸਕਿਆ ਅਸੀਂ ਪੰਜਾਬ ਦੇ ਵਿੱਚੋਂ ਸਾਰੇ ਪੰਜਾਬ ਨੂੰ ਵੀ ਅਪੀਲ ਕਰਦੇ ਕਿ ਵੱਧ ਤੋਂ ਵੱਧ ਜਿੰਨਾ, ਕਿਉਂਕਿ ਸਾਡੀਆਂ ਜੇ ਮੰਗਾਂ ਅਧੂਰੀਆਂ ਪਈਆਂ। MSP ਦੇ ਜਿਹੜਾ ਗਰੰਟੀ ਕਾਨੂੰਨ ਉੱਤੇ ਕਮੇਟੀ ਨਹੀਂ ਬਣੀ, ਫਿਰ ਸਾਡੇ ਜਿਹੜੇ 734 ਸ਼ਹੀਦ ਆ ਉਹਨਾਂ ਨੂੰ ਮੁਆਵਜ਼ਾ ਜਿਹੜਾ ਕੋਈ ਨਹੀਂ ਦਿੱਤਾ, ਉਹਨਾਂ ਨੂੰ ਅਜੇ ਤੱਕ ਕੇਂਦਰ ਸਰਕਾਰ ਸ਼ਹੀਦ ਹੀ ਨਹੀਂ ਮੰਨ ਰਹੀ। ਇਸੇ ਤਰ੍ਹਾਂ ਜਿਹੜੀਆਂ ਸਾਰੀਆਂ ਸਾਡੀਆਂ ਮੰਗਾਂ 3 ਕਾਲੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਪੈਂਡਿੰਗ ਪਈਆਂ ਔਰ ਉਹਨਾਂ ਨੂੰ ਪੈਂਡਿੰਗ ਪਈਆਂ ਨੂੰ ਛੱਡ ਕੇ ਉਹ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਮੋਦੀ ਆ ਰਿਹਾ ਪੰਜਾਬ ਦਾ ਪ੍ਰਧਾਨ ਮੰਤਰੀ, ਅਸੀਂ ਇਹ ਚਾਹੁੰਦੇ ਆ ਕਿ ਪਹਿਲਾਂ ਉਹ ਪੈਂਡਿੰਗ ਪਈਆਂ ਮੰਗਾਂ ਜਿਹੜੀਆਂ ਉਹਨਾਂ ਦਾ ਹੱਲ ਕਰੋ, ਉਹਨਾਂ ਦਾ ਐਲਾਨ ਕਰੋ, ਉਦੋਂ ਬਾਅਦ ਜੀ ਸੱਦ ਕੇ ਪੰਜਾਬ ਵਿੱਚ ਜਿੱਥੇ ਮਰਜ਼ੀ ਰੈਲੀ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਔਰ ਅਸੀਂ ਇਸ ਜਿੰਨਾ ਚਿਰ ਇਹ ਮੰਗਾਂ ਹੱਲ ਨਹੀਂ ਕਰਦੇ ਉਹਨਾਂ ਚਿਰ ਪੰਜਾਬ ਆਉਣ ਤੇ ਇਹਨਾਂ ਦਾ ਪੂਰਾ ਜ਼ਬਰਦਸਤ ਸਖਤ ਤਰੀਕੇ ਨਾਲ ਵਿਰੋਧ ਕਰਾਂਗੇ। ਪ੍ਰਧਾਨ ਜੀ, ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੋਣ ਜਾ ਰਹੀ ਆ, ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰੈਲੀ ਦਾ ਜਿਹੜਾ ਵਿਰੋਧ ਕੀਤਾ ਜਾਵੇਗਾ, ਕੀ ਆ ਪੂਰਾ ਮਾਮਲਾ? ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ। ਮੇਰੇ ਨਾਲ ਸਾਡੇ ਆਗੂ ਸਾਹਿਬਾਨ ਜ਼ਿਲ੍ਹੇ ਦੇ ਸੂਬੇ ਦੇ ਖਲੋਤੇ ਆ। ਅਸੀਂ ਜਿਹੜਾ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਆ 5 ਜਨਵਰੀ ਨੂੰ ਆ ਰਹੇ ਇੱਥੇ ਫਿਰੋਜ਼ਪੁਰ ਦੇ ਵਿੱਚ, ਸਾਡਾ ਜਥੇਬੰਦੀ ਦਾ ਇਹ ਵਿਰੋਧ ਆ ਵੀ ਉਹਨਾਂ ਨੂੰ ਇੱਥੇ ਪੰਜਾਬ 'ਚ ਰੈਲੀ ਕਰਨ ਦਾ ਕੋਈ ਹੱਕ ਨਹੀਂ ਆ। ਕਿਉਂਕਿ 5 ਜਿਹੜੀਆਂ 6 ਮੰਗਾਂ ਕਿਸਾਨਾਂ ਵੱਲੋਂ ਲਿਖ ਕੇ ਦਿੱਤੀਆਂ ਗਈਆਂ ਸੀਗੀਆਂ ਕਿਸਾਨ ਅੰਦੋਲਨ ਦੇ ਦੌਰਾਨ, ਭਾਵੇਂ 3 ਖੇਤੀ ਕਾਨੂੰਨ ਰੱਦ ਹੋ ਗਏ, ਉਹ ਬਹੁਤ ਵੱਡੀ ਜਿੱਤ ਆ। ਪਰ ਜਿਹੜੀਆਂ ਬਾਕੀ ਦੀਆਂ 6 ਮੰਗਾਂ ਸੀਗੀਆਂ ਜਿੱਤੇ ਇਹਨਾਂ ਨੇ ਸਹਿਮਤੀ ਦਿੱਤੀ ਆ, ਲਿਖ ਕੇ ਦਿੱਤਾ ਵਾ ਵੀ ਆਹ ਅਸੀਂ ਮਸਲੇ ਹੱਲ ਕਰ ਦਿਆਂਗੇ, ਉਹਨਾਂ 'ਚੋਂ ਇੱਕ ਵੀ ਮਸਲਾ ਅਜੇ ਤੱਕ ਹੱਲ ਨਹੀਂ ਗਾ। 20 ਦਿਨ ਹੋ ਚੁੱਕੇ ਆ। 23 ਫਸਲਾਂ ਦੀ ਖਰੀਦ ਦੀ ਗਰੰਟੀ ਦਾ ਜਿਹੜਾ ਕਾਨੂੰਨ ਬਣਾਉਣਾ ਸੀ ਉਹ 'ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ, ਕੋਈ ਕਮੇਟੀ ਅਜੇ ਤੱਕ ਨਹੀਂ ਬਣੀ, ਕੋਈ ਟਾਈਮ ਬਾਉਂਡ ਨਹੀਂ ਹੋਇਆ, ਕੋਈ ਉਹਦਾ ਤਾਂ ਪਤਾ ਨਹੀਂ ਆ। ਇਸੇ ਤਰੀਕੇ ਦੇ ਨਾਲ ਬਿਜਲੀ ਸੋਧ ਬਿੱਲ 2020 ਜਿਹੜਾ ਉਹ ਰੱਦ ਕਰਨ ਦੀ ਗੱਲ ਸੀ, ਉਹਨੂੰ ਰੱਦ ਨਹੀਂ ਕੀਤਾ, ਉਹਨੂੰ 6 ਮਹੀਨੇ ਟਾਲਿਆ ਸਿਰਫ। ਇਸੇ ਤਰੀਕੇ ਦੇ ਨਾਲ ਲਖੀਮਪੁਰ ਖੀਰੀ ਕਾਂਡ ਦਾ ਜਿਹੜੇ ਦੋਸ਼ੀ ਆ ਉਹਨਾਂ ਦੇ ਪਿਤਾ ਅਜੇ ਮਿਸ਼ਰਾ ਜੀ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਬਣ ਕੇ ਬੈਠੇ ਹੋਏ ਆ, ਉਹਨਾਂ ਨੂੰ ਅੱਜ ਤੱਕ ਬਰਖਾਸਤ ਨਹੀਂ ਕੀਤਾ ਕਿ ਉਹਨਾਂ 'ਤੇ 120 ਦਾ 20 ਦਾ ਪਰਚਾ ਵਾ। ਉਹ ਸੈੱਟ ਜਿਹੜੀ ਬਣੀ ਆ ਉਹਨਾਂ ਨੇ ਵੀ ਉਹ ਪੁਸ਼ਟੀ ਕਰਤੀ ਉਹ ਪਰਚੇ ਦੀ, ਤੇ ਉਹਨਾਂ ਨੇ ਅਦਾਲਤ ਦੇ ਵਿੱਚ ਵੀ ਦੇ ਦਿੱਤਾ, ਪਰ ਫਿਰ ਵੀ ਮੋਦੀ ਸਾਹਿਬ ਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ। 302 ਦੇ ਕਿਸਾਨ ਆਗੂਆਂ ਦੇ ਉੱਥੇ ਪਰਚੇ ਕੀਤੇ ਹੋਏ, ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਹੋਇਆ ਵਾ, ਉਹਨਾਂ ਨੂੰ ਰਿਹਾਅ ਕਰਨ ਦੀ ਗੱਲ ਉੱਤੇ ਕੁਝ ਨਹੀਂ ਹੋਇਆ। ਜਿਹੜੇ ਕਿਸਾਨਾਂ ਦੇ ਕੇਸ ਪਏ ਆ, ਜਿਹੜੇ ਦਿੱਲੀ ਯੂਪੀ ਤੇ ਆਪਣੇ ਹਰਿਆਣੇ ਦੇ ਸਰਕਾਰ ਨੇ ਜਾਂ ਹੋਰ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਕੇਸ ਕੀਤੇ ਅੰਦੋਲਨ ਦੌਰਾਨ ਦੇਸ਼ ਭਰ ਦੇ ਵਿੱਚ, ਉਹਨਾਂ ਦੇ ਉੱਤੇ ਕੋਈ ਪ੍ਰਗਤੀ ਨਹੀਂ। ਇੱਕ ਵੀ ਬੰਦੇ ਦਾ ਕੇਸ ਨਹੀਂ ਅੱਜ ਤੱਕ ਰੱਦ ਹੋਇਆ। ਜੇ ਇੱਕ ਬੰਦੇ ਦਾ ਕੇਸ ਵੀ ਰੱਦ ਹੋ ਜਾਂਦਾ ਤਾਂ ਅਸੀਂ ਕਹਿੰਦੇ ਵੀ ਕੱਲ ਮਾੜੀ ਮੋਟੀ ਗੱਲ ਸ਼ੁਰੂ ਹੋ ਗਈ ਆ, ਉਹ 'ਤੇ ਕੁਛ ਨਹੀਂ ਗਾ। ਇਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਮੁਆਵਜ਼ੇ ਦੇਣੇ ਸ਼ਹੀਦਾਂ ਨੂੰ, ਜਿਹੜੇ ਸ਼ਹੀਦਾਂ ਨੂੰ ਪਹਿਲਾਂ ਸਾਨੂੰ ਰੋਲਿਆ ਉੱਥੇ 1 ਸਾਲ ਪੂਰਾ 1 ਸਾਲ ਸਾਨੂੰ ਰੋਲ ਕੇ ਉੱਥੇ ਪਰੇਸ਼ਾਨ ਕੀਤਾ ਵਾ, ਸਾਡੇ ਤੇ ਕਈ ਲਾਛਣ ਲਾਏ ਆ, ਕਈ ਤਰ੍ਹਾਂ ਦੇ ਸਾਨੂੰ ਲਕਬ ਦਿੱਤੇ ਆ, ਤੇ ਕਿਸਾਨ ਜਿਹੜੇ ਆ 750 ਕਿਸਾਨ ਦੇ ਲਗਭਗ ਉੱਥੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਆ। ਉਹਨਾਂ ਨੂੰ ਸ਼ਹੀਦ ਤੱਕ ਨਹੀਂ ਮੰਨਿਆ, ਕਿਸੇ ਤੇ ਅਫਸੋਸ ਪ੍ਰਗਟ ਨਹੀਂ ਕੀਤਾ, ਨਾ ਪ੍ਰਧਾਨ ਮੰਤਰੀ ਨੇ ਨਾ ਕਿਸੇ ਭਾਜਪਾ ਦੇ ਆਗੂ ਨੇ। ਤੇ ਇਹ ਸਾਰੀਆਂ ਜਿਹੜੀਆਂ ਵਾ ਸਾਰੀਆਂ 6 ਦੀਆਂ 6 ਮੰਗਾਂ ਸਾਡੀਆਂ ਉਸੇ ਤਰ੍ਹਾਂ ਪਈਆਂ ਹੋਈਆਂ ਵਾ। ਇਸ ਕਰਕੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਇਹਨਾਂ ਮੰਗਾਂ ਦਾ ਐਲਾਨ ਕਰਨਾ ਚਾਹੀਦਾ, ਫਿਰ ਪੰਜਾਬ 'ਚ ਆਉਣਾ ਚਾਹੀਦਾ। ਇਸ ਕਰਕੇ ਸਾਡਾ ਵਿਰੋਧ ਆ। ਨਿੱਜੀਕਰਨ ਦੀਆਂ ਨੀਤੀਆਂ ਪ੍ਰਧਾਨ ਮੰਤਰੀ ਜੀ ਲਾਗੂ ਕਰ ਰਹੇ ਆ, ਜਿਹੜੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਖਲੋਤੇ ਹੋਏ ਆ। ਇਸ ਕਰਕੇ ਅਸੀਂ ਜਿਹੜਾ ਇਹਦਾ ਵੱਡਾ ਵਿਰੋਧ ਕਰਾਂਗੇ ਤੇ ਜਿਹੜੀ ਰੈਲੀ ਆ ਫਿਰੋਜ਼ਪੁਰ ਦੇ ਵਿੱਚ ਨਹੀਂ ਹੋਣ ਦਿਆਂਗੇ, ਇਹ ਸਾਡਾ ਐਲਾਨ ਆ। ਤੇ ਪੂਰੀ ਤਿਆਰੀ ਜਿਹੜੀ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ। ਦੱਸਿਆ ਜਾ ਰਿਹਾ ਕਿ 8 ਤਰੀਕ ਦਾ ਤੁਸੀਂ ਇਹ ਵੀ ਐਲਾਨ ਕੀਤਾ ਹੈ ਕਿ ਐਮਐਲਏ ਤੇ ਮੰਤਰੀਆਂ ਦੇ ਘਰਾਂ ਦਾ ਜਿਹੜਾ ਘਿਰਾਓ ਕੀਤਾ ਜਾਵੇਗਾ, ਉਹ ਕਿਹੜੀ ਗੱਲ ਨੂੰ ਲੈ ਕੇ ਕੀਤਾ ਜਾਵੇਗਾ? ਹਾਂ, ਉਹ ਇਸ ਤਰ੍ਹਾਂ ਵਾ ਵੀ ਸਾਹੀ ਰੇਲ ਰੋਕੋ 9 ਦਿਨ ਚਲਾਇਆ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ। ਉਹਦੇ ਅਧੀਨ 28 ਦਸੰਬਰ ਨੂੰ ਮੁੱਖ ਮੰਤਰੀ ਚੰਨੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਚੰਡੀਗੜ੍ਹ ਵਿਖੇ। ਉਹਦੇ 'ਚ ਉਹਨਾਂ ਨੇ ਮੰਗਾਂ ਮੰਨ ਲਈਆਂ। ਉਹ 'ਚ ਮੰਗਾਂ ਜਿਹੜੀਆਂ ਮੰਨੀਆਂ ਉਹ 'ਚ ਇੱਕ ਤਾਂ ਕਰਜ਼ਾ ਵਾ 5 ਏਕੜ ਵਾਲਿਆਂ ਦਾ, 5 ਏਕੜ ਵਾਲਿਆਂ ਦਾ 2 ਲੱਖ ਤੱਕ ਦਾ ਕਰਜ਼ਾ ਜਿਹੜਾ ਉਹਨਾਂ ਕਿਹਾ ਵੀ ਅਸੀਂ 8 ਦਿਨਾਂ ਦੇ ਵਿੱਚ ਖਤਮ ਕਰ ਦਾਂਗੇ। ਇਹਦੇ
2000 ਕਰੋੜ ਰੁਪਇਆ ਜਾਰੀ ਕਰ ਦਾਂਗੇ। ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦੇ ਦਾਂਗੇ ਜਿਹੜੇ ਦਿੱਲੀ ਮੋਰਚੇ ਦੇ ਸ਼ਹੀਦ ਆ, ਤੇ ਨਾਲ ਉਹਨਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇ ਦਾਂਗੇ। 3 ਸਾਡੇ ਪਹਿਲਾਂ ਸ਼ਹੀਦ ਹੋਏ 2013 14 15 ਚ, ਉਹਨਾਂ ਨੂੰ ਨੌਕਰੀ ਦੇ ਦਾਂਗੇ। ਤੇ ਗੜਿਆਂ ਦਾ ਮੁਆਵਜ਼ਾ ਦੇ ਦਾਂਗੇ। ਮਾਝੇ ਦੇ ਵਿੱਚ ਜਿਹੜੀ ਗੜੇ ਪਏ ਐਰਕੀ ਵਾਰੀ ਬਹੁਤ, ਉਹਦੇ ਨਾਲ ਸਾਰੀ ਬਾਸਮਤੀ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ। ਤੇ ਉਹਨਾਂ ਦਾ 17000 ਰੁਪਇਆ ਪ੍ਰਤੀ ਏਕੜ ਜਿਹੜਾ ਗੁਲਾਬੀ ਸੁੰਡੀ ਨਾਲ ਨਰਮੇ ਦੀ ਤਬਾਹ ਹੋਈ ਫਸਲ ਦਾ ਦੇਣਾ, ਉਹੀ ਬਾਸਮਤੀ ਦੀ ਤਬਾਹ ਹੋਈ ਫਸਲ ਦਾ ਦੇ ਦਿਆਂਗੇ। ਤੇ ਤਾਰ ਪਾਰਲੀਆਂ ਜ਼ਮੀਨਾਂ ਦਾ ਜਿਹੜਾ ਮੁਆਵਜ਼ਾ ਵਾ ਉਹ 10,000 ਰੁਪਏ ਪ੍ਰਤੀ ਏਕੜ ਬਾਰਡਰ ਪੱਟੀ ਦਾ, ਉਹ ਇੱਕ ਹਫ਼ਤੇ 'ਚ ਅਮਿਤ ਸ਼ਾਹ ਜੀ ਨਾਲ ਮੀਟਿੰਗ ਕਰਕੇ ਜਾਂ ਉਹਨਾਂ ਨਾਲ ਗੱਲ ਕਰਕੇ ਉਹ ਦਵਾ ਦਿਆਂਗੇ। ਜਿਹੜੇ ਕੇਸ ਪਏ ਹੋਏ ਆ ਉਹ ਅਮਿਤ ਸ਼ਾਹ ਜੀ ਨਾਲ ਗੱਲ ਕਰਕੇ ਗ੍ਰਹਿ ਮੰਤਰੀ ਨਾਲ ਤੁਹਾਡੇ ਕੇਸ ਜਿਹੜੇ ਰੇਲਵੇ ਵਾਲੇ ਸਾਰੇ ਰੱਦ ਕਰ ਦਿਆਂਗੇ। ਪੰਜਾਬ ਦੇ ਜਿਹੜੇ ਰੱਦ ਕਰਤੇ ਆ, ਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇ ਦਿਆਂਗੇ। 65% ਜਨਰਲ ਕੋਟੇ 'ਚ ਉਹ ਕਲੈਕਟਰ ਰੇਟ ਦੇ ਉੱਤੇ 65% ਦੇ ਕੇ ਆਪਣੇ ਨਾਲ ਜ਼ਮੀਨਾਂ ਪੱਕੀਆਂ ਕਰਾ ਲੈਣ, ਤੇ ਜਿਹੜੇ ਐਸਸੀ ਕੋਟਾ ਵਾ ਉਹ 25% ਦੇ ਕੇ ਕਰਾ ਲੈਣ। ਪਰ ਉਹ ਵੀ ਅਜੇ ਥੱਲੇ ਅਮਲ ਸ਼ੁਰੂ ਨਹੀਂ ਹੋਇਆ। ਇਸ ਕਰਕੇ ਜਿਹੜੀਆਂ ਹੋਰ ਵੀ ਕਈ ਮੰਗਾਂ ਮੰਨੀਆਂ, ਜਿਸ ਤਰ੍ਹਾਂ 36000 ਮੁਲਾਜ਼ਮ ਪੱਕੇ ਕੱਚੇ ਜਿਹੜੇ ਪੱਕੇ ਕਰਨੇ ਆ, ਉਹਦੇ ਤਹਿਤ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਨੋਟੀਫਿਕੇਸ਼ਨ ਛੇਤੀ ਕਰ ਦਿੰਦੇ ਆ। ਰਾਜਪਾਲ ਨੇ ਦਸਤਖਤ ਨਹੀਂ ਕੀਤੇ ਹਾਲੇ। ਰਾਜਪਾਲ ਜਿੱਦਣ ਦਸਤਖਤ ਕਰਤੇ ਅਸੀਂ ਨੋਟੀਫਿਕੇਸ਼ਨ ਕਰਕੇ 36000 ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰ ਦਾਂਗੇ। ਪਰ ਅਮਲ ਕੁਛ ਨਹੀਂ ਆ। ਕੀਮਤ ਗਰੰਟੀ ਕਾਨੂੰਨ, ਹਾਂ, ਕੀਮਤ ਗਰੰਟੀ ਕਾਨੂੰਨ ਬਣਾ ਦਿੰਦੇ ਆ 13 ਫਸਲਾਂ ਦਾ, ਜਿਹਦੇ ਤੇ ਸਾਰੇ ਕਿਸਾਨਾਂ ਨੂੰ ਆਪਣੀ ਫਸਲ ਦੀ ਗਰੰਟੀ ਹੋਊਗੀ। ਵਪਾਰੀ ਕਿਹੜਾ ਉਹ ਤੋਂ ਘੱਟ ਨਹੀਂ ਖਰੀਦ ਸਕੂਗਾ MSP ਤੋਂ, ਤੇ ਜੇ ਘੱਟ ਖਰੀਦੂਗਾ ਉਹ ਤੇ ਸਜ਼ਾ ਦਿੱਤੀ ਜਾਊਗੀ। ਇਹ ਕਾਨੂੰਨ ਬਣਾਉਣ ਦੀ ਉਹਨਾਂ ਗੱਲ ਕੀਤੀ ਆ, ਪਰ ਉਹਦੇ ਤੇ ਅਮਲ ਉਮਲ ਸਾਨੂੰ ਕੋਈ ਲੱਗਦਾ ਨਹੀਂਗਾ। 4 ਤਰੀਕ ਨੂੰ ਦੁਬਾਰਾ ਮੀਟਿੰਗ ਸੱਦੀ ਹੋਈ ਆ। 4 ਤਰੀਕ ਤੱਕ ਉਹਨਾਂ ਸਮਾਂ ਲਿਆ ਵਾ, 4 ਜਨਵਰੀ ਤੱਕ, ਵੀ ਅਸੀਂ ਇਹ ਮਸਲੇ ਦਾ ਹੱਲ ਕਰਾਂਗੇ। ਜੇ ਮਸਲੇ ਹੱਲ ਨਹੀਂ ਕਰਦੇ ਤਾਂ ਅਸੀਂ 8 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਸੂਬੇ ਦੇ ਪ੍ਰਧਾਨ ਹੈ ਜਿਹੜੇ ਕਾਂਗਰਸ ਦੇ, ਉਹਨਾਂ ਦੇ ਘਰ ਗਾੜੀ ਸੁਖਜਿੰਦਰ ਸਿੰਘ ਰੰਧਾਵਾ ਜੋ ਡਿਪਟੀ ਮੁੱਖ ਮੰਤਰੀ, ਉਹਨਾਂ ਦੇ ਘਰ ਅੱਗੇ, ਤੇ ਨਾਲ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਮੰਤਰੀ MLA ਆ, ਉਹਨਾਂ ਸਾਰਿਆਂ ਦੇ ਬੂਹਿਆਂ ਗਾੜੀ ਮੋਰਚੇ ਸ਼ੁਰੂ ਕਰਾਂਗੇ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਵਿਸ਼ੇਸ਼ ਰਿਪੋਰਟ। UK ਤੇ ਇੰਡੀਆ ਦਾ ਫੇਮਸ ਬ੍ਰਾਂਡ ਹੈਡਮਾਸਟਰਸ ਸੈਲੂਨ ਲੈ ਕੇ ਆ ਰਿਹਾ ਹੈ ਪ੍ਰੋਫੈਸ਼ਨਲ ਅਕੈਡਮੀ ਕੋਰਸਸ ਇਨ ਕਾਸਮੈਟੋਲੋਜੀ, ਜਿੱਥੇ ਤੁਸੀਂ ਸਿੱਖ ਸਕਦੇ ਹੋ ਹੈਅਰ, ਸਕਿਨ, ਮੇਕਅਪ, ਨੇਲ ਤੇ ਐਸਥੈਟਿਕ ਕੋਰਸਸ ਸਾਡੇ ਐਕਸਪਰਟਸ ਤੋਂ। ਨਾਲੇ ਪਾਓ ਜੌਬ ਤੇ ਮਾਰਕੀਟਿੰਗ ਔਰ ਸੈਲੂਨ ਮੈਨੇਜਮੈਂਟ ਕੋਰਸਸ ਵੀ। ਛੇਤੀ ਕਰੋ, ਪਹਿਲੇ 20 ਐਡਮਿਸ਼ਨਸ ਤੇ 50% ਦਾ ਡਿਸਕਾਊਂਟ। ਵਿਜ਼ਿਟ ਹੈਡਮਾਸਟਰਸ ਅਕੈਡਮੀ, ਲੀਲਾ ਭਵਨ, ਪਟਿਆਲਾ। ਕਾਲ ਕਰੋ 9815074077।